ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਜੀ ਨੇ ਸੁਣਿਆ ਕਿ ਅਸੀਂ ਅੱਜ ਤੁਹਾਡੇ ਨਾਲ ਜਿਹੜੇ ਬਾਹਰ ਤੋਂ ਆਉਣ ਵਾਲੇ, ਭਾਵੇਂ ਉਹ ਬਾਹਰ ਦੇ ਮੁਲਕਾਂ ਤੋਂ ਆਉਣ ਵਾਲੇ ਹੋਣ ਜਾਂ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਆਪਣੇ ਪੰਜਾਬੀ ਹੋਣ, ਉਹਨਾਂ ਦੇ ਕੀ ਪ੍ਰੋਟੋਕੋਲ, ਕੀ ਉਹਨਾਂ ਦਾ ਪ੍ਰੋਸੈਸ ਫੋਲੋ ਕਰਨਾ ਹੈ ਜਦੋਂ ਉਹ ਇੱਥੇ ਆਉਂਦੇ ਹੈ, ਉਹਦੇ ਬਾਰੇ ਜਿਹੜੇ ਸਾਨੂੰ ਸਵਾਲ ਮਿਲੇ ਉਹਨਾਂ ਦੇ ਜਵਾਬ ਦੇਣ ਲਈ ਅੱਜ ਇੱਥੇ ਹਾਜ਼ਰ ਹੋਏ ਹਾਂ। ਮੁੱਢਲੇ ਤੌਰ 'ਤੇ 3 ਕੈਟੇਗਰੀਆਂ ਦੇ ਬਾਰੇ ਅਸੀਂ ਗੱਲ ਕਰਾਂਗੇ। ਪਹਿਲੇ ਹੈ ਇੰਟਰਨੈਸ਼ਨਲ ਟਰੈਵਲਰ, ਜਿਹੜੇ ਬਾਹਰ ਦੇ ਮੁਲਕਾਂ ਤੋਂ ਲੋਕ ਵਾਪਸ ਪੰਜਾਬ ਲੌਟ ਰਹੇ ਨੇ। ਦੂਜੀ ਕੈਟੇਗਰੀ ਹੈ ਡੋਮੈਸਟਿਕ ਟਰੈਵਲਰ, ਜਿਹੜੇ ਕਿ ਵੱਖਰੇ ਵੱਖਰੇ ਸੂਬਿਆਂ ਤੋਂ ਪੰਜਾਬ ਵੱਲ ਆ ਰਹੇ ਨੇ ਅਤੇ ਪੰਜਾਬ 'ਚ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦਾ ਕੁਆਰੰਟੀਨ ਹੋਣਾ ਜਾਂ ਕਿਸ ਤਰ੍ਹਾਂ ਉਹਨਾਂ ਦੀ ਟੈਸਟਿੰਗ ਹੋਣੀ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਤੀਜੀ ਕੈਟੇਗਰੀ ਹੈ ਫਰੀਕੁਐਂਟ ਇੰਟਰਸਟੇਟ ਟਰੈਵਲਰ, ਇਸ ਤਰ੍ਹਾਂ ਦੇ ਲੋਕ ਜਿਹੜੇ ਆਪਣੇ ਕੰਮ ਦੇ ਚਲਦੇ ਬਾਰ-ਬਾਰ ਇੱਕ ਸੂਬੇ ਤੋਂ ਦੂਸਰੇ ਸੂਬੇ ਟਰੈਵਲ ਕਰਨਾ ਪੈਂਦਾ ਹੈ, ਉਹਨਾਂ ਦੇ ਲਈ ਕੀ ਪ੍ਰੋਟੋਕੋਲ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਤਾਂ ਪਹਿਲੇ ਅਸੀਂ ਗੱਲ ਕਰਦੇ ਹਾਂ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਹੈ ਬਾਹਰ ਦੇ ਮੁਲਕਾਂ ਤੋਂ ਆਉਣ ਵਾਲੇ। ਸਭ ਤੋਂ ਪਹਿਲਾਂ ਤਾਂ ਜਿੱਥੇ ਵੀ ਉਹਨਾਂ ਦੀ ਪੋਰਟ ਆਫ ਐਂਟਰੀ, ਜਿੱਥੋਂ ਤੋਂ ਉਹਨਾਂ ਨੇ ਇੰਡੀਆ ਪਹੁੰਚਣਾ, ਉੱਥੇ ਹੀ ਉਹਨਾਂ ਦੀ ਇੱਕ ਸੈਲਫ ਡਿਕਲੇਰੇਸ਼ਨ ਫਾਰਮ ਦੇਣ ਦੀ ਇੱਕ ਉਹਨਾਂ ਦੀ ਜ਼ਿੰਮੇਵਾਰੀ ਲਗਾਈ ਹੈ ਕਿ ਉਹ ਮੌਕੇ 'ਤੇ ਜਿਹੜੇ ਸਰਕਾਰੀ ਕਰਮਚਾਰੀ ਹੋਣਗੇ ਉਹਨਾਂ ਨੂੰ ਇੱਕ ਸੈਲਫ ਡਿਕਲੇਰੇਸ਼ਨ ਫਾਰਮ ਦੇਣਗੇ, ਜਿੱਥੇ ਉਹਨਾਂ ਦੀ ਖੁਦ ਦੀ ਪਰਸਨਲ ਅਤੇ ਉਹਨਾਂ ਦੀ ਹੈਲਥ ਦੇ ਬਾਰੇ ਡਿਟੇਲ ਉੱਚੇ ਲਿਖੀ ਵੀ ਹੋਊਗੀ। ਇਹ ਦੇਣ ਤੋਂ ਬਾਅਦ ਉਹਨਾਂ ਦੀ ਸਕਰੀਨਿੰਗ ਹੋਊਗੀ। ਸਕਰੀਨਿੰਗ ਜਿਵੇਂ ਤੁਹਾਨੂੰ ਪਤਾ ਹੈ, ਸਕਰੀਨਿੰਗ 'ਚ ਆਪਾਂ ਜਿਹੜੇ ਕੋਰੋਨਾ ਦੇ ਜਿਹੜੇ ਲੱਛਣ ਹੁੰਦੇ ਆ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜੇ ਉਹਨਾਂ ਦੀ ਸਕਰੀਨਿੰਗ ਹੋਣੀ ਤਾਂ 2 ਕੈਟੇਗਰੀ ਦੇ ਲੋਕ ਹੋਣੇ, ਜਿਨ੍ਹਾਂ 'ਚ ਲੱਛਣ ਹੋਣੇ ਅਤੇ ਜਿਨ੍ਹਾਂ 'ਚ ਲੱਛਣ ਨਹੀਂ ਹੋਣੇ। ਪਹਿਲੇ ਆਪਾਂ ਗੱਲ ਕਰਦੇ ਹਾਂ ਉਹ ਲੋਕਾਂ 'ਤੇ ਜਿਨ੍ਹਾਂ ਦੇ ਵਿਚਕਾਰ ਲੱਛਣ ਪਾਏ ਜਾਂਦੇ ਨੇ। ਜਿਨ੍ਹਾਂ ਦੇ 'ਚ ਲੱਛਣ ਪਾਏ ਜਾਣੇ, ਉਹਨਾਂ ਦੀ ਟੈਸਟਿੰਗ ਹੋਣੀ। RT-PCR ਸਾਡਾ ਉਹ ਜਿਹੜਾ ਟੈਸਟ ਹੈ, ਉਹਦੇ ਰਾਹੀਂ ਉਹਨਾਂ ਦੇ ਸੈਂਪਲ ਲੈ ਕੇ ਉਹਨਾਂ ਦੀ ਟੈਸਟਿੰਗ ਹੋਣੀ। ਉਹਨਾਂ ਦੇ ਜਿਹੜੇ ਵੀ ਸਿੰਪਟੋਮੈਟਿਕ ਬੰਦੇ ਹੈ, ਜੇ ਲੱਛਣ ਵਾਲੇ ਬੰਦੇ ਹੈ, ਉਹਨਾਂ ਨੂੰ ਸਰਕਾਰੀ ਅਦਾਰਿਆਂ 'ਤੇ ਲਿਜਾ ਕੇ ਟੈਸਟਿੰਗ ਹੋਊਗੀ। ਟੈਸਟਿੰਗ ਦੇ ਰਿਜ਼ਲਟ ਆਉਣ ਦੇ ਪਛਾਤ ਜੇ ਉਹ ਪੋਜ਼ੀਟਿਵ ਪਾਏ ਜਾਂਦੇ ਨੇ ਤਾਂ 2 ਪ੍ਰੋਟੋਕੋਲ ਹੈ ਉਹਨਾਂ ਦੇ ਲਈ, 2 ਤਰੀਕੇ ਦੇ ਨਾਲ ਹੀ ਉਹਨਾਂ ਨੂੰ ਡੀਲ ਕੀਤਾ ਜਾਊਗਾ। ਜੇਕਰ ਉਹ ਲੋ ਥ੍ਰੈਟ ਗਰੁੱਪ ਹੈ, ਪੋਜ਼ੀਟਿਵ ਆਉਣ ਤੋਂ ਬਾਅਦ ਜੇ ਉਹ ਲੋ ਥ੍ਰੈਟ ਗਰੁੱਪ ਹੈ, ਜਿਵੇਂ ਕਿ ਉਹਨਾਂ ਦੀ ਏਜ 60 ਜਾਂ ਉਸ ਤੋਂ ਘੱਟ ਸਾਲ ਦੀ ਹੈ, ਉਹਨਾਂ 'ਚ ਕੋਈ ਸਿੰਪਟਮ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਹਨਾਂ 'ਚ ਕੋਈ ਕੋਮੋਰਬਿਡਿਟੀ ਯਾਨੀ ਕੋਈ ਹੋਰ ਕੋਈ ਬਿਮਾਰੀ ਜਿਵੇਂ ਕਿ ਡਾਇਬੀਟੀਜ਼ ਜਾਂ ਹਾਰਟ ਦੀ ਕੋਈ ਹੋਰ ਪਰੇਸ਼ਾਨੀ ਉਹਨਾਂ ਨੂੰ ਨਹੀਂ ਹੈ, ਤਾਂ ਇਹਨਾਂ ਨੂੰ ਲੋ ਥ੍ਰੈਟ ਗਰੁੱਪ ਕਹਿੰਦੇ ਨੇ। ਜੇ ਅਗਰ ਉਹ ਪੋਜ਼ੀਟਿਵ ਪਾਏ ਜਾਂਦੇ ਨੇ ਔਰ ਲੋ ਥ੍ਰੈਟ ਗਰੁੱਪ 'ਚ ਹੈ ਤਾਂ ਉਹਨਾਂ ਨੂੰ ਸਰਕਾਰ 'ਚ ਕੋਵਿਡ ਕੇਅਰ ਸੈਂਟਰਸ ਬਣੇ ਹੋਏ ਨੇ, ਉੱਤੇ ਭੇਜਿਆ ਜਾਊਗਾ। ਇਸ ਤੋਂ ਇਲਾਵਾ ਜੇ ਉਹ ਹਾਈ ਥ੍ਰੈਟ ਹੈ, ਲੈਟਸ ਸੇ ਦੂਸਰੀ ਕੈਟੇਗਰੀ ਪੋਜ਼ੀਟਿਵ ਹੈ ਅਤੇ ਹਾਈ ਥ੍ਰੈਟ ਜਿਵੇਂ ਕਿ 60 ਸਾਲ ਤੋਂ ਉੱਪਰ ਉਮਰ ਹੈ, ਕੋਈ ਕੋਮੋਰਬਿਡਿਟੀ ਯਾਨੀ ਕੋਈ ਔਰ ਬਿਮਾਰੀ ਉਹਨਾਂ ਨੂੰ ਹੋਈ ਹੈ, ਜਿਵੇਂ ਕਿ ਹਾਰਟ ਦੀ, ਸਾਹ ਦੀ ਉਹਨਾਂ ਨੂੰ ਬਿਮਾਰੀ ਹੋਰ ਹੈ, ਜਾਂ ਉਹਨਾਂ ਦੇ ਜਿਹੜੇ ਲੱਛਣ ਆਏ ਨੇ ਉਹ ਕਾਫੀ ਸੀਵੀਅਰ ਕੈਟੇਗਰੀ ਦੇ ਹੈ, ਉਸ ਤਰ੍ਹਾਂ ਦੇ ਲੋਕਾਂ ਦੇ ਲਈ ਪ੍ਰੋਟੋਕੋਲ ਹੈ ਕਿ ਉਹਨਾਂ ਨੂੰ ਫੇਜ਼ 2 ਜਾਂ ਫੇਜ਼ 3 ਜਿਸ ਤਰ੍ਹਾਂ ਦੇ ਵੀ ਗੰਭੀਰਤਾ ਦੇ ਉਹਨਾਂ ਦੇ ਲੱਛਣ ਹੈ, ਉਸ ਤਰ੍ਹਾਂ ਦੀ ਫੈਸਿਲਿਟੀ, ਸਰਕਾਰੀ ਫੈਸਿਲਿਟੀ ਜਿਹੜੀ ਹੈਲਥ ਦੀ ਹੈ, ਉੱਥੇ ਉਹਨਾਂ ਨੂੰ ਭੇਜਿਆ ਜਾਊਗਾ ਅਤੇ ਉਹਨਾਂ ਦਾ ਇਲਾਜ ਕੀਤਾ ਜਾਊਗਾ। ਦੋਨਾਂ ਹੀ ਥਾਵਾਂ 'ਤੇ ਉਹਨਾਂ ਦੀ ਜਿਹੜੀ ਬਾਅਦ 'ਚ ਰਿਲੀਜ਼ ਕਰਨ ਦੀ, ਉਹਨਾਂ ਨੂੰ ਜਿਹੜੀ ਜਦੋਂ ਉਹਨਾਂ ਦਾ ਟਰੀਟਮੈਂਟ ਹੋ ਜਾਊਗਾ, ਉਹਨਾਂ ਤੋਂ ਬਾਅਦ ਘਰ ਭੇਜਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਨਿਰਧਾਰਿਤ ਪ੍ਰੋਟੋਕੋਲ ਦੇ ਰਾਹੀਂ ਕੀਤੀ ਜਾਊਗੀ। ਹੁਣ ਗੱਲ ਕਰਦੇ ਹਾਂ ਉਹ ਲੋਕਾਂ ਦੀ ਜਿਨ੍ਹਾਂ 'ਚ ਕੋਈ ਮੌਕੇ 'ਤੇ ਸਕਰੀਨਿੰਗ ਜਦੋਂ ਏਅਰਪੋਰਟ 'ਤੇ ਹੋਈ ਸੀਗੀ, ਉਸ ਵੇਲੇ ਕੋਈ ਲੱਛਣ ਪਾਏ ਨਹੀਂ ਗਏ, ਉਹਨਾਂ ਨੂੰ ਅਸੀਂ ਏਸਿਮਟੋਮੈਟਿਕ ਬਿਨਾਂ ਲੱਛਣ ਵਾਲੇ ਲੋਕ ਕਹਿੰਦੇ ਨੇ। ਜਾਂ ਉਹ ਲੋਕ ਵੀ ਜਿਨ੍ਹਾਂ 'ਚ ਲੱਛਣ ਪਾਏ ਗਏ ਸੀ ਬਟ ਟੈਸਟਿੰਗ ਦੇ ਬਾਅਦ ਉਹ ਨੈਗੇਟਿਵ ਪਾਏ ਗਏ। ਇਹ ਦੋਵਾਂ ਹੀ ਤਰ੍ਹਾਂ ਦੇ ਲੋਕਾਂ ਦੇ ਲਈ ਜਿਹੜੀ ਪ੍ਰੋਟੋਕੋਲ ਹੈ ਉਹ ਬੜੀ ਸਿੰਪਲ ਹੈ। ਮੌਕੇ 'ਤੇ ਇਹਨਾਂ ਨੂੰ ਇੰਸਟੀਟਿਊਸ਼ਨਲ ਕੁਆਰੰਟਾਈਨ, ਜਿਹੜੀ ਸਰਕਾਰੀ ਤੌਰ 'ਤੇ ਕੁਆਰੰਟੀਨ ਹੈ, ਉਹ ਭਾਵੇਂ ਹੋਟਲਸ ਵੀ ਹੈ ਉਹਦੇ 'ਚ, ਅਤੇ ਸਰਕਾਰੀ ਤੌਰ 'ਤੇ ਕੁਝ ਥਾਵਾਂ ਹੈ ਜਿੱਥੇ ਉਹਨਾਂ ਨੂੰ ਕੁਆਰੰਟੀਨ 'ਚ ਰਹਿਣਾ ਹੈ, ਉੱਥੇ ਉਹਨਾਂ ਨੂੰ ਲਿਜਾਇਆ ਜਾਊਗਾ। ਉੱਥੇ ਰੋਕਣ ਦੇ ਬਾਅਦ 5ਵੇਂ ਦਿਨ ਉਹਨਾਂ ਦਾ ਉਹੀ RT-PCR ਵਾਲਾ ਟੈਸਟ ਕੀਤਾ ਜਾਊਗਾ। ਟੈਸਟ ਦੇ ਬਾਅਦ ਦੇਖਿਆ ਜਾਊਗਾ ਕਿ ਕੀ ਉਹ ਪੋਜ਼ੀਟਿਵ ਹੈ ਕਿ ਨੈਗੇਟਿਵ ਹੈ। ਅਗਰ 5 ਦਿਨ ਦੇ ਬਾਅਦ ਜਿਹੜਾ ਟੈਸਟ ਹੁੰਦਾ ਹੈ ਤੇ ਪੋਜ਼ੀਟਿਵ ਪਾਏ ਜਾਂਦੇ ਹੈ, ਤਾਂ ਸੇਮ ਉਹੀ ਜਿਹੜੀ ਗੱਲ ਮੈਂ ਆਪ ਜੀ ਨੂੰ ਦੱਸੀ ਕਿ 2 ਲੋ ਥ੍ਰੈਟ ਗਰੁੱਪ 'ਚ ਹੈ तो उन्होंने कोविड केयर च हाई थ्रैट ग्रुप है तो उन्होंने फेज़ 2 या फेज़ 3 की जी स्वास्थ्य की साड़ी सहूलत हैं सेंटर्स ने उत्ते भेजा जाऊगा। जो नैगेटिव हैं तो 7 दिन बाद उन्होंने जो इंस्टीट्यूशन क्वारंटीन है, सरकारी अदारे च बैठे ने या होटल च बैठे ने, उस तो उन्होंने घर जाने की अनुमति है। 7 दिन उन्होंने घर पर खुद को क्वारंटीन करके रखना है, होम क्वारंटीन रखना है। नाल एक अंडरटेकिंग देनी है कि 7 दिनों वो एक तो होम क्वारंटीन की पूरी तौर पर पालना करेंगे तो नाल अपने आप ਨੂੰ ਸੈਲਫ ਆਬਜ਼ਰਵੇਸ਼ਨ 'ਚ ਰੱਖਣਗੇ, ਭਾਵੇਂ ਕਿ ਆਪਣੇ ਬਾਰੇ ਇਹ ਧਿਆਨ ਰੱਖਣਗੇ ਕਿ ਕਦੋਂ ਹੀ ਕੋਈ ਉਹਨਾਂ ਨੂੰ ਜੇ ਕੋਵਿਡ ਦਾ ਜਾਂ ਕਰੋਨਾ ਦਾ ਕੋਈ ਲੱਛਣ ਉਹਨਾਂ 'ਚ ਆਂਦਾ ਹੈ ਤਾਂ ਉਹਦੀ ਨੀਅਰੈਸਟ ਹਸਪੀਟਲ ਜਾ ਕੇ ਉਹ ਰਿਪੋਰਟ ਕਰਨਗੇ। ਸੋ ਇਹ ਮੋਟਾ ਪ੍ਰੋਟੋਕੋਲ ਹੈ ਕਿ ਜਿਹੜੇ ਬਾਹਰ ਤੋਂ ਲੋਕ ਆ ਰਹੇ ਨੇ, ਜਿਹੜੇ ਲੱਛਣ ਵਾਲੇ ਨੇ ਤੇ ਜਿਹੜੇ ਬਿਨਾਂ ਲੱਛਣ ਵਾਲੇ ਨੇ। ਇਹ ਕਿਤੇ ਧਿਆਨ ਰੱਖਣ ਦੀ ਲੋੜ ਹੈ ਕਿ ਕੁਝ ਐਕਸੈਪਸ਼ਨਲ ਸਰਕਮਸਟੈਂਸਿਸ 'ਚ ਇਹ ਜਿਹੜੀ 7 ਦਿਨ ਦੀ ਜਿਹੜੀ ਇੰਸਟੀਟਿਊਸ਼ਨ ਕੁਆਰੰਟਾਈਨ ਹੈ ਉਹਨੂੰ ਉਹ ਤੋਂ ਛੂਟ ਦਿੱਤੀ ਜਾ ਸਕਦੀ ਹੈ ਤੇ 14 ਦਿਨ ਦੀ ਪੂਰੀ ਇਹ ਜਿਹੜੀ ਕੁਆਰੰਟੀਨ ਹੈ ਘਰ 'ਤੇ ਕੀਤੀ ਜਾ ਸਕਦੀ ਹੈ। ਸਪੈਸ਼ਲ ਕੈਟੇਗਰੀ 'ਚ ਕੋਈ ਪ੍ਰੈਗਨੈਂਸੀ ਹੋਏ ਕਿਸੇ ਨੂੰ, ਜਾਂ ਘਰ 'ਚ ਕਿਸੇ ਦੀ ਡੈਥ ਹੋ ਗਈ ਹੋਵੇ, ਜਾਂ ਘਰ 'ਚ ਕੋਈ ਸੀਰੀਅਸ ਇਲਨੈਸ ਹੋਵੇ, ਇਹਨਾਂ ਕੰਡੀਸ਼ਨਾਂ 'ਚ ਐਕਸੈਪਸ਼ਨਲ ਸਰਕਮਸਟੈਂਸਾਂ 'ਚ
14 ਡੇਜ਼ ਦਾ ਹੋਮ ਕੁਆਰੰਟੀਨ ਹੋ ਸਕਦਾ ਹੈ, ਜਿਹੜਾ ਪਹਿਲਾਂ ਮੈਂ ਦੱਸਿਆ 7 दिन ਦਾ ਸੀਗਾ, 7 ਇੰਸਟੀਟਿਊਸ਼ਨਲ ਕੁਆਰੰਟੀਨ 7 ਘਰ ਦਾ, ਇਹ ਪੂਰਾ 14 दिन ਦਾ ਘਰੇ ਹੋ ਸਕਦਾ ਹੈ। ਬਟ ਇਹਦੇ ਲਈ ਜੋ ਤੁਹਾਡੇ ਜਿਹੜੇ ਜ਼ਿਲ੍ਹੇ ਦੇ ਡੀਸੀ ਸਾਹਿਬ ਹੈ ਉਹਨਾਂ ਤੋਂ ਤੁਹਾਨੂੰ ਪ੍ਰਵਾਨਗੀ ਲੈਣੀ ਹੋਵੇਗੀ। ਹੁਣ ਅਸੀਂ ਦੂਜੀ ਕੈਟੇਗਰੀ ਦੀ ਗੱਲ ਕਰਦੇ ਹਾਂ, ਜਿਹੜੇ ਕੀ ਹੈ ਡੋਮੈਸਟਿਕ ਟਰੈਵਲ, ਇੱਕ ਸੂਬੇ ਤੋਂ ਪੰਜਾਬ 'ਚ ਆਉਣ ਵਾਲੇ, ਭਾਰਤ ਦੇ ਇੱਕ ਸੂਬੇ ਤੋਂ ਪੰਜਾਬ 'ਚ ਆਉਣ ਵਾਲੇ, ਇਹ ਏਅਰ, ਰੇਲ ਅਤੇ ਰੋਡ ਰਾਹੀਂ ਆ ਸਕਦੇ ਨੇ। ਇਹ ਜਿਹੜੇ ਵੀ ਪੁਆਇੰਟ ਤੋਂ ਐਂਟਰੀ ਕਰ ਰਹੇ ਹੋਣਗੇ ਪੰਜਾਬ 'ਚ, ਉਸ ਪੁਆਇੰਟ ਤੇ ਇਹਨਾਂ ਦੀ, ਜਿਵੇਂ ਇੰਟਰਨੈਸ਼ਨਲ 에ਅਰਪੋਰਟ ਦੇ ਬਾਰੇ ਮੈਂ ਆਪ ਜੀ ਨੂੰ ਦੱਸਿਆ, ਉਸੇ ਤਰ੍ਹਾਂ ਇਹਨਾਂ ਦੀ ਸਕਰੀਨਿੰਗ ਹੋਊਗੀ। ਅਗੇਨ 2 ਕੈਟੇਗਰੀਜ਼ ਹੈ, ਲੱਛਣ ਵਾਲੇ ਤੇ ਬਿਨਾਂ ਲੱਛਣ ਵਾਲੇ। ਜਿਵੇਂ ਆਪ ਜੀ ਨੂੰ ਪਤਾ ਹੈ, ਲੱਛਣ ਵਾਲੇ ਜਿਹੜੇ ਨਿਕਲਣਗੇ ਉਹਨਾਂ ਦੀ RT-PCR ਰਾਹੀਂ ਅਸੀਂ ਟੈਸਟਿੰਗ ਕਰਾਂਗੇ ਸਰਕਾਰੀ ਅਦਾਰੇ 'ਤੇ ਲੈ ਜਾ ਕੇ। ਜੇ ਉਹ ਪੋਜ਼ਿਟਿਵ ਪਾਏ ਜਾਂਦੇ ਹੈ ਤਾਂ ਫਿਰ ਅਸੀਂ ਦੇਖਾਂਗੇ ਕਿ ਉਹ ਲੋ ਥ੍ਰੈਟ ਗਰੁੱਪ 60 ਸਾਲ ਤੋਂ ਨੀਚੇ ਏਜ ਨਾਲ ਉਹਨਾਂ 'ਚ ਕੋਈ ਕੋਮੋਰਬਿਡਿਟੀ ਜਾਂ ਕੋਈ ਹੋਰ ਬਿਮਾਰੀ ਨਾ ਹੋਏ ਔਰ ਉਹਨਾਂ ਦੇ ਜਿਹੜੇ ਸਿੰਪਟਮਸ ਵੀ ਉਹ ਜ਼ਿਆਦਾ ਗੰਭੀਰ ਨਾ ਹੋਵੇ, ਤਾਂ ਲੋ ਥ੍ਰੈਟ ਕੈਟੇਗਰੀ ਹੈ, ਉਹਨਾਂ ਨੂੰ ਅਸੀਂ ਕੋਵਿਡ ਸੈਂਟਰ ਲੈ ਜਾਵਾਂਗੇ। ਜੇ ਹਾਈ ਥ੍ਰੈਟ ਕੈਟੇਗਰੀ ਹੈ, ਜੇ ਗੰਭੀਰ ਹੈ ਉਹਨਾਂ ਦੇ ਲੱਛਣ ਔਰ ਜੇ ਉਹਨਾਂ ਨੂੰ ਕੋਈ ਕੋਮੋਰਬਿਡਿਟੀ ਹੈ 60 ਸਾਲ ਤੋਂ ਉੱਪਰ ਏਜ ਹੈ, ਤਾਂ ਫਿਰ ਉਹਨਾਂ ਨੂੰ ਫੇਜ਼ 2 ਜਾਂ ਫੇਜ਼ 3 ਡਿਪੈਂਡਿੰਗ ਅਪੋਨ ਸੀਵੀਰਿਟੀ ਜਿਹੜੇ ਹੈ ਉਹਨਾਂ ਦੇ ਲੱਛਣਾਂ ਦੀ, ਉਹਨਾਂ ਨੂੰ ਅਸੀਂ ਮੈਡੀਕਲ ਫੈਸਿਲਿਟੀਜ਼ ਲੈ ਕੇ ਜਾਵਾਂਗੇ। ਸਿਮਿਲਰਲੀ ਜਿਹੜੇ ਐਸਿਮਟੋਮੈਟਿਕ ਹੈ ਜਾਂ ਜਿਹੜੇ ਸਿੰਪਟੋਮੈਟਿਕ ਸੀਗੇ ਤੇ ਨੈਗੇਟਿਵ ਪਾਏ ਗਏ ਟੈਸਟਿੰਗ ਤੋਂ ਬਾਅਦ, ਉਹਨਾਂ ਨੂੰ ਸਿੱਧਾ ਘਰ ਜਾਣ ਦੀ ਇਜਾਜ਼ਤ ਹੈ। ਇੰਟਰਨੈਸ਼ਨਲ ਟਰੈਵਲਰਸ 7 दिन ਦਾ ਇੰਟਰਨੈਸ਼ਨਲ ਜਿਹੜਾ ਇੰਸਟੀਟਿਊਸ਼ਨਲ ਕੁਆਰੰਟੀਨ ਸੀਗਾ, ਉਹ ਫੈਸਿਲਿਟੀ, ਉਹ ਜਿਹੜੀ ਰਿਕੁਆਇਰਮੈਂਟ ਸੀਗੀ, ਉਹ ਹੁਣ ਇੱਥੇ ਨਹੀਂ ਹੈਗੀ, ਇਹ ਸਿੱਧੇ ਘਰ ਜਾ ਸਕਦੇ ਹੈ। ਔਰ ਇਹਨਾਂ ਨੇ ਅੰਡਰਟੇਕਿੰਗ ਦੇਣੀ ਹੈ ਕਿ ਅਗਲੇ 14 ਦਿਨਾਂ ਤੱਕ ਇਹਨਾਂ ਨੇ ਘਰ ਰਹਿ ਕੇ ਆਪਣੇ ਆਪ ਨੂੰ ਸੈਲਫ ਆਬਜ਼ਰਵੇਸ਼ਨ 'ਚ ਰੱਖਣਾ ਹੈ। ਕੋਈ ਲੱਛਣ ਆਉਂਦਾ ਹੈ ਤਾਂ ਨੀਅਰੈਸਟ ਹਸਪੀਟਲ ਦੱਸਣਾ ਹੈ, ਤੇ ਨਾਲੇ 14 ਦਿਨਾਂ ਤੱਕ ਇਹਨਾਂ ਨੇ ਜਿਹੜੀ ਇਨ-ਬਿਨ ਪਾਲਣਾ ਕਰਨੀ ਹੈ ਹੋਮ ਕੁਆਰੰਟੀਨ ਦੀ, ਜਿਹੜੀ ਵੀ ਪ੍ਰੋਟੋਕੋਲ ਹੈ ਉਸ ਦੀ। ਲਾਸਟ ਕੈਟੇਗਰੀ ਹੈ ਸਾਡੀ ਫ੍ਰੀਕੁਐਂਟ ਇੰਟਰਸਟੇਟ ਟਰੈਵਲਰਸ। ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਕੰਮ ਦੇ ਚੱਲਦੇ ਇੱਕ ਥਾਂ ਤੇ ਦੂਸਰੀ ਥਾਂ ਆਉਂਦੇ ਜਾਂਦੇ ਰਹਿੰਦੇ। ਇਸ ਵਿੱਚ ਉਹਨਾਂ ਦਾ ਇੰਟਰਸਟੇਟ ਟਰੈਵਲ ਵੀ ਹੁੰਦਾ ਹੈ, ਜਿਵੇਂ ਕਿ MP MLA, ਸੇਲਸ ਪਰਸਨ, ਟਰਾਂਸਪੋਰਟਰਸ, ਡਾਕਟਰਸ, ਜਰਨਲਿਸਟ, ਐਗਜ਼ੀਕਿਊਟਿਵਸ, ਇੰਜੀਨੀਅਰ, ਟ੍ਰੇਡਰਸ, ਕੰਸਲਟੈਂਟਸ, ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਇੱਕ ਸਟੇਟ ਤੋਂ ਦੂਸਰੇ ਸਟੇਟ ਆਉਣਾ ਜਾਣਾ ਪੈਂਦਾ ਹੈ। तो लोगों के मन सवाल सीगा कि हर बार तो स्टेट तो जो तुम वापस आते हो तो हर बार की 14 डेज क्वारंटीन तो होम क्वारंटीन करना पैना है। वो बारे असीं आप जी नूं दसना चाहते किस तरह के लोग अपने डिप्टी कमिश्नर साहिबान या अपने लोकल SDM साहिबान नाल संपर्क करके अपना एक स्पेशल पास बना सकते हैं। ये पास बनाने तो बाद इन्हों हर बार तो सूबे तो पंजाब मुड़न ते क्वारंटीन की लोड़ नहीं है। इन्हों अपने आप को सैल्फ ऑब्जरवेशन च रखना है और ये ध्यान रखना है कि जो कोई इन्होंने कोई कोरोना का कोई सिम्पटम आता है तो ज़रूरी तौर पर लाजमी तौर पर जी नेड़े की स्वास्थ्य फैसिलिटी है कोई साडा हॉस्पिटल है उत्थे जाके जरूर रिपोर्ट करना है कि साडे सिम्पटम इस तरह के ने वो चैक करके फिर आगे जी कार्रवाई है वो तुहाडे नाल कीती जाऊगी। कुल मिला के आप हुण धीरे धीरे जी अपनी सूबे की सरहदां हैं आप खुल रही है, लोग ट्रैवल कर रहे हैं। हुण कोरोना तो डरन की नहीं जागरूक रहने की लोड़ है। आप सारिਆਂ ਨੂੰ ਇਹ ਜਿਹੜੀ कोरोना के खिलाफ मुहिम चल रही है ਉਹਦੇ ਲਈ ਸਾਡਾ सहयोग ਜਿਹੜਾ ਤੁਸੀਂ कर रहे हो ਉਹਦੇ ਲਈ बहुत बहुत धन्यवाद। घर रहो, सुरक्षित रहो तो स्वस्थ रहो।